ਸਤਿ ਸ਼੍ਰੀ ਅਕਾਲ। ਅਜੀਤ ਵੈਬ ਟੀਵੀ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਮੈਂ ਹਰਪ੍ਰੀਤ ਕੌਰ ਤੇ ਅਜੀਤ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਭ ਤੋਂ ਪਹਿਲੀ ਨਜ਼ਰ ਚੋਣਵੀਆਂ ਖਬਰਾਂ ਤੇ। ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਕੀਤਾ ਰੇਲ ਬਜਟ ਪੇਸ਼। ਕਈ ਨਵੀਆਂ ਰੇਲ ਗੱਡੀਆਂ ਦਾ ਐਲਾਨ। ਕਿਰਾਇਆ ਵਧਾਉਣ ਤੋਂ ਬਿਨਾਂ ਹੀ ਰੇਲਵੇ ਵੱਲੋਂ ਆਮਦਨ ਵਿੱਚ ਇਜ਼ਾਫਾ ਕਰਨ ਦੀ ਕੋਸ਼ਿਸ਼। 5 ਦਿਨਾਂ ਦੇ ਦੌਰੇ ਤੇ ਪੰਜਾਬ ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ। ਪਹਿਲੇ ਦਿਨ ਸੰਗਰੂਰ ਵਿੱਚ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ। ਫਿਲਮ ਅਦਾਕਾਰ ਸੰਜੇ ਦੱਤ ਨੂੰ ਮਹਾਰਾਸ਼ਟਰ ਦੀ ਯਰਵਦਾ ਜੇਲ੍ਹ ਚੋਂ ਰਿਹਾ ਕੀਤਾ ਗਿਆ। ਪ੍ਰਸ਼ੰਸਕਾਂ ਵਿੱਚ ਖੁਸ਼ੀ ਦੀ ਲਹਿਰ। ਅਕਾਲੀ ਦਲ ਅਤੇ ਭਾਜਪਾ ਦਰਮਿਆਨ ਤਲਖੀ ਵਧੀ। ਮੁੱਖ ਸੰਸਦੀ ਸਕੱਤਰ ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਸਿੱਖ ਵਿਰੋਧੀ। ਲੁਧਿਆਣਾ ਸ਼ਹਿਰ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਆਈ ਸਾਹਮਣੇ। 12 ਸਾਲਾਂ ਦੀ ਮਾਸੂਮ ਬੱਚੀ ਨੂੰ ਜਬਰ ਜਨਾਹ ਤੋਂ ਬਾਅਦ ਜ਼ਿੰਦਾ ਸਾੜਿਆ ਗਿਆ। ਹੁਸ਼ਿਆਰਪੁਰ ਵਿੱਚ ਕਥਾਵਾਚਕ ਵੱਲੋਂ ਭਗਵਾਨ ਵਾਲਮੀਕੀ ਤੇ ਕੀਤੀ ਗਈ ਇਤਰਾਜ਼ਯੋਗ ਟਿੱਪਣੀ। ਲੋਕਾਂ ਦੇ ਪ੍ਰਦਰਸ਼ਨ ਤੋਂ ਬਾਅਦ ਕਥਾਵਾਚਕ ਨੇ ਮੰਗੀ ਮਾਫੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਅੱਜ ਸੰਸਦ ਵਿੱਚ ਸਾਲ 2016-17 ਲਈ ਰੇਲ ਬਜਟ ਪੇਸ਼ ਕੀਤਾ। ਰੇਲ ਬਜਟ ਵਿੱਚ ਮੁੱਖ ਤੌਰ ਤੇ 5 ਚੀਜ਼ਾਂ ਤੇ ਜ਼ੋਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਮੁਸਾਫਰਾਂ ਲਈ ਨਵੀਆਂ ਸੇਵਾਵਾਂ, ਮਾਲ ਭਾੜੇ ਤੋਂ ਵੱਧ ਕਮਾਈ ਦੀ ਕੋਸ਼ਿਸ਼, ਕਿਰਾਇਆ ਵਧਾਉਣ ਤੋਂ ਬਿਨਾਂ ਕਮਾਈ ਵਿੱਚ ਵਾਧਾ ਅਤੇ ਪਾਰਦਰਸ਼ਤਾ ਵਰਗੇ ਸੁਧਾਰ ਸ਼ਾਮਿਲ ਨੇ। ਇਸ ਬਜਟ ਵਿੱਚ ਕਿਰਾਇਆ ਨਹੀਂ ਵਧਾਇਆ ਗਿਆ। 4 ਤਰ੍ਹਾਂ ਦੀਆਂ ਨਵੀਆਂ ਰੇਲ ਗੱਡੀਆਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਰੇਲ ਗੱਡੀਆਂ ਦੇ ਨਾਂ ਹਮਸਫਰ, ਤੇਜਸ, ਉਦੇ ਅਤੇ ਅੰਤੋਦਿਆ ਹੋਣਗੇ। ਬਜਟ ਪੇਸ਼ ਕਰਦਿਆਂ ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਅਗਲੇ 2 ਸਾਲਾਂ ਵਿੱਚ 400 ਸਟੇਸ਼ਨਾਂ ਤੇ ਵਾਈਫਾਈ ਦੀ ਸਹੂਲਤ ਮਿਲੇਗੀ। ਕੋਲਕਾਤਾ ਮੈਟਰੋ ਦਾ 100 ਕਿਲੋਮੀਟਰ ਵਿਸਤਾਰ ਹੋਏਗਾ। ਮੁੰਬਈ ਵਿੱਚ ਚਰਚਗੇਟ, ਵਿਰਾਰ, CST ਤੇ ਪਨਵੇਲ ਰੂਟ ਤੇ ਐਲੀਵੇਟਿਡ ਰੇਲ ਕੋਰੀਡੋਰ ਬਣਾਇਆ ਜਾਵੇਗਾ। ਦਿੱਲੀ ਵਿੱਚ ਰਿੰਗ ਰੋਡ ਵਾਂਗ ਰਿੰਗ ਰੇਲ ਦੀ ਸਹੂਲਤ ਹੋਏਗੀ। ਇਸ ਵਿੱਚ 21 ਸਟੇਸ਼ਨ ਸ਼ਾਮਿਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁੰਬਈ ਅਹਿਮਦਾਬਾਦ ਰੂਟ ਤੇ ਬੁਲੇਟ ਟ੍ਰੇਨ ਦਾ ਕੰਮ ਸ਼ੁਰੂ ਹੋਏਗਾ। ਪੱਤਰਕਾਰਾਂ ਲਈ ਟਿਕਟ ਬੁਕਿੰਗ ਦੀ ਸਹੂਲਤ ਹੋਏਗੀ। ਡਬਲ ਡੈਕਰ AC ਉਦੇ ਰੇਲਾਂ ਚਲਾਈਆਂ ਜਾਣਗੀਆਂ। ਤੀਰਥ ਸਥਾਨਾਂ ਲਈ ਆਸਥਾ ਸਰਕਟ ਰੇਲਾਂ ਚਲਾਈਆਂ ਜਾਣਗੀਆਂ। ਰੇਲ ਯਾਤਰੀਆਂ ਲਈ ਬੀਮਾ ਸਹੂਲਤਾਂ ਵੀ ਹੋਣਗੀਆਂ। ਰੇਲ ਮੰਤਰੀ ਸੁਰੇਸ਼ ਪ੍ਰਭੂ ਨੇ ਇਸ ਬਜਟ ਨੂੰ ਆਮ ਲੋਕਾਂ ਲਈ ਬਹੁਤ ਲਾਹੇਵੰਦ ਦੱਸਿਆ ਹੈ। ਦੂਜੇ ਪਾਸੇ उत्तरी भारत के कई लोगों ने इस बजट से निराशा प्रगटाई है। अब की बार जो रेल बजट आया है ये अब तक का हमारे हरियाणा के लिए खास तौर पे बड़ा ही निराशाजनक बजट माना जा रहा है। क्यों हमारे को अब की बार उम्मीद थी खास तौर पे व्यापारी वर्ग और हमारे उत्तर भारत के यात्रियों को कि इस एरिया के अंदर कोई नई गाड़ी का ठहराव किया जाएगा और या कोई जो हमारी काफ़ी समय से मांग थी यमुनानगर कुरुक्षेत्र, यमुनानगर पोंटा और यमुनानगर से चंडीगढ़ के लिए रेलवे लाइन निकाली जाएगी, उसकी भी कोई ऐसी घोषणा या ऐसी कोई परियोजना शुरुआत करने की कोई घोषणा माननीय रेल मंत्री जी के द्वारा नहीं की गई है। आज का जो रेल बजट आया है ये अपेक्षा से दूर है। अपेक्षा जो हमने की थी फिर भी बहुत अच्छा है, क्योंकि इन्होंने कहा है कि मैं नई घोषणा नहीं करूंगा, जो पुरानी घोषणाएं हैं उनको मैं जमीन पे लाऊंगा। जो काम अब तक नहीं हुए और पुरानी सरकार या पुराने मंत्रियों ने जो घोषणाएं की हैं, अभी नई घोषणाएं करने का समय नहीं है। पहले पिछली घोषणाओं को जमीन पे कार्यान्वित करने का समय है। दूसरा, इन्होंने कहा है कि मैं महिलाओं की सुरक्षा के लिए एक ऐप लाऊंगा। तो मैं माननीय रेल मंत्री जी से निवेदन करूंगा, केवल महिलाओं की नहीं सभी यात्रियों की सुरक्षा सुनिश्चित हो। आपने भाड़ा नहीं बढ़ाया, कोई समस्या नहीं है, लेकिन यात्रा का समय, यात्रा में सुरक्षा और यात्रा सुगमय हो, सरल हो, इस बात की हम आपसे अपेक्षा करते हैं। ओवरऑल बजट 50-50 है। हम समाज से यही अपेक्षा करेंगे, सरकार से यही अपेक्षा करेंगे कि सरकार जिन वादों को कर रही है कि हम पिछली घोषणाओं को जमीन पे लाएंगे वो पूरी होंगी। आपका बड़ा बड़ा धन्यवाद। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅੱਜ ਤੋਂ 5 ਦਿਨਾਂ ਦਾ ਪੰਜਾਬ ਦੌਰਾ ਸ਼ੁਰੂ ਹੋ ਗਿਆ। ਇਸ ਦੌਰੇ ਦੌਰਾਨ ਅਰਵਿੰਦ ਕੇਜਰੀਵਾਲ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਤੇ ਪਿੰਡਾਂ ਦਾ ਦੌਰਾ ਕਰਕੇ ਨਸ਼ਾ ਪੀੜਤ ਨੌਜਵਾਨਾਂ ਅਤੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ। ਇਸ ਤੋਂ ਇਲਾਵਾ ਉਹ ਸੂਬੇ ਦੇ ਸਨਅਤਕਾਰਾਂ ਨਾਲ ਵੀ ਮੁਲਾਕਾਤ ਕਰਕੇ ਉਹਨਾਂ ਦੀਆਂ ਮੁਸ਼ਕਲਾਂ ਜਾਣਨ ਦੀ ਕੋਸ਼ਿਸ਼ ਕਰਨਗੇ। ਇਸ ਤੋਂ ਪਹਿਲਾਂ ਅੱਜ ਚੰਡੀਗੜ੍ਹ ਹਵਾਈ ਅੱਡੇ ਤੇ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹਨਾਂ ਦੀ ਪਾਰਟੀ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝ ਕੇ ਆਪਣਾ ਚੋਣ ਮਨੋਰਥ ਪੱਤਰ ਤਿਆਰ करेगी। इस मौके हरियाणा जाट अंदोलन की गल करदे अरविंद केजरीवाल ने कहा कि कांग्रेस दे एक आगू उत्ते दंगे भड़काउण दा दोष लगाए ते भाजपा अंदोलन कर रहे लोकां नाल सही ढंग नाल निपट नहीं सकी। उन्होंने कहा कि भाजपा हुण विकास की गल करन दी थां जात अते धर्म दे नां ते लोकां नूं भड़का रही है। भाजपा ने देश अंदर गृह युद्ध वर्गे हालात पैदा कर दिते ने। आज से 5 दिन के लिए पंजाब में मैं आया हूं और हम लोग कई गांव में जाएंगे और उन परिवारों से मिलेंगे जिनके यहाँ ज़्यादा ड्रग से उनके परिवार के लोग प्रभावित हुए हैं
और इस पूरी समस्या को और समझने की कोशिश करेंगे। उन लोगों से मिलेंगे जिनके परिवारों में किसानों ने आत्महत्या की है, उस समस्या को समझने की कोशिश करेंगे। पहली चीज़ तो मैं ये कहना चाहता हूँ, हरियाणा के सभी लोगों से मैं निवेदन करना चाहता हूँ, अपील करना चाहता हूँ कि सब लोग शांति बनाए रखें। जो कुछ भी हो रहा है वो बहुत ही दुखद है और ये बीजेपी और कांग्रेस दोनों की राजनीति में फंस के रह गया हरियाणा, जहाँ पे अब बीजेपी की सरकार के निकम्मेपन की वजह से और कांग्रेस के हथकंडों की वजह से वो एक टेप भी सामने आई है जिसमें हुड्डा जी का पीए जो है वो भड़का रहा है लोगों को उसके करने के लिए, और उस राजनीति की वजह से एक सिविल वॉर टाइप सिचुएशन क्रिएट हो गई है जो बहुत दुखद है। मैं तो ओरिजिनली खुद हरियाणा का रहने वाला हूँ, तो मैं लोगों से यही अपील करूंगा कि शांति बनाए रखें और एक दूसरे के लेट से रिएक्ट किया सर, इस पे क्या कहेंगे आप? इन लोगों को देश से कोई लेना देना नहीं है। खुद ही दंगे कराते हैं ये लोग और उसके बाद वो अलाउ करते हैं कि सारे लड़ते रहें, मरते रहें, कटते रहें और वो तमाशा देखते हैं ये लोग। इसी तरह से ये जो पूरा JNU का भी कांड हुआ है, अब विकास की बातें नहीं कर रहे ये लोग, ये बेसिकली पूरे देश के अंदर एक सिविल वॉर टाइप सिचुएशन क्रिएट करना चाहते हैं, समाज को पोलराइज करना चाहते हैं, कभी जाति के नाम पे करना चाहते हैं, कभी धर्म के नाम पे करना चाहते हैं। इसी राजनीति को काउंटर करने के लिए आम आदमी पार्टी बनी है। दिल्ली ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ 5 ਦਿਨਾਂ ਪੰਜਾਬ ਦੌਰੇ ਦੀ ਸ਼ੁਰੂਆਤ ਅੱਜ ਜ਼ਿਲ੍ਹਾ ਸੰਗਰੂਰ ਦੇ ਪਿੰਡਾਂ ਤੋਂ ਕੀਤੀ। ਅਰਵਿੰਦ ਕੇਜਰੀਵਾਲ ਨੇ ਸੰਗਰੂਰ ਦੇ ਪਿੰਡ ਮੌੜ, ਸੁਨਾਮ, ਛਾਜਲੀ ਅਤੇ ਲਹਿਲ ਕਲਾਂ ਦਾ ਦੌਰਾ ਕੀਤਾ ਅਤੇ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਅਰਵਿੰਦ ਕੇਜਰੀਵਾਲ ਇੱਕ ਅਜਿਹੇ ਕਿਸਾਨ ਪਰਿਵਾਰ ਨੂੰ ਵੀ ਮਿਲੇ ਜਿਸ ਦੇ ਇੱਕ ਤੋਂ ਬਾਅਦ ਇੱਕ 4 ਮੈਂਬਰ ਕਰਜ਼ੇ ਦੇ ਬੋਝ ਕਾਰਨ ਖੁਦਕੁਸ਼ੀ ਕਰ ਚੁੱਕੇ ਨੇ। ਉਸ ਘਰ ਵਿੱਚ ਰਹਿੰਦਿਆਂ 4 ਵਿਧਵਾ ਔਰਤਾਂ ਨੇ ਕੇਜਰੀਵਾਲ ਨੂੰ ਆਪਣੀ ਦੁੱਖ ਭਰੀ ਦਾਸਤਾਨ ਸੁਣਾਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ अरविंद केजरीवाल ने कहा कि किसान पूरे देश का पेट पालदा है। जेकर किसान उत्ते कोई मुश्किल आउंदी है तां सरकार दी जिम्मेवारी है कि ओह उस मुश्किल दा समाधान करे। मौसम दी मार अते घटिया दवाइयां दा प्रयोग करन नाल पंजाब दे कई किसानां दी फसल खराब हो गई सी, पर सरकार ने किसानां दी सार नहीं लई। फसल खराब होण अते कर्जे दा बोझ वधन कारण सूबे दे कई किसानां ने खुदकुशी कर लई। केजरीवाल ने कहा कि खुदकुशी करन ते पंजाब सरकार ने पीड़ित परिवार नूं 3 लाख रुपए दा मुआवजा देण दा वादा कीता सी, पर अफसोस दी गल है कि इह वादा भी पूरा नहीं कीता गया। अरविंद केजरीवाल ने कहा कि उन्हां दी सरकार बनन ते ओ पंजाब दे किसानां नूं भी दिल्ली दे किसानां दी तर्ज ते ही फसल खराब होण दी हालत विच मुआवजा देणगे अते इस तरह दी योजना बनाउणगे कि किसी किसान नूं खुदकुशी लई मजबूर ना होना पवे। पता चल रहा है कि यहाँ पे कई लोगों ने इस किस्म से कई परिवारों में आत्महत्या हुई है इस गांव के अंदर। तो मुझे लगता है कि ये सरकार की जिम्मेदारी है। किसान जो है वो हमारे लिए अन्न उगाता है और खेती बहुत रिस्की काम है। जब फसल बर्बाद हो जाती है तो किसान कहीं का नहीं बचता। ऐसे में सरकार की जिम्मेदारी बनती है कि वो उन किसानों को जिनके ऊपर अगर फसल बर्बाद हो जाती है, जिन किसानों की, उनको कुछ ना कुछ मुआवजा दे। दिल्ली के अंदर जैसे अभी हम लोगों ने पिछले साल अप्रैल के महीने में फसलें बर्बाद हो गई थी, कई किसान आए, मैं खुद कई गाँव में गया और उसका हमने मुआयना कराया, तो हमने 50,000 रुपये पर हेक्टेयर के हिसाब से हमने मुआवजा दिया था। हमने एक भी किसान को आत्महत्या करने नहीं दी दिल्ली के अंदर। अब इसी तरह से अपने को पंजाब के अंदर व्यवस्था बनानी पड़ेगी कि जो लार्ज स्केल पे इतनी आत्महत्याएं हो रही हैं किसानों की कर्जे की वजह से, अपने को कुछ ना कुछ व्यवस्था बनानी पड़ेगी कि एक भी किसान को अपने को पंजाब में आत्महत्या नहीं करने देनी। उसके पूरा बनाएंगे। एक तो लोन बहुत बड़ी समस्या नज़र आ रही है, इसको कैसे किया जाएगा इसके बारे में सोचेंगे सब लोग बैठ के। लेकिन दूसरा ये, अगर जैसे ही आम आदमी पार्टी की सरकार बनेगी, अगर फसलें बर्बाद होती है तो उचित मुआवजा सबको दिया जाएगा। फिल्म अदाकार संजय दत्त ਨੂੰ ਅੱਜ ਮਹਾਰਾਸ਼ਟਰ ਦੀ ਯਰਵਦਾ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ। ਜੇਲ੍ਹ ਤੋਂ ਬਾਹਰ ਨਿਕਲੇ ਸੰਜੇ ਦੱਤ ਦਾ ਉਹਨਾਂ ਦੇ ਰਿਸ਼ਤੇਦਾਰਾਂ, ਦੋਸਤਾਂ ਤੇ ਪ੍ਰਸ਼ੰਸਕਾਂ ਨੇ ਭਰਵਾਂ ਸਵਾਗਤ ਕੀਤਾ। ਰਿਹਾਈ ਤੋਂ ਬਾਅਦ ਸੰਜੇ ਦੱਤ ਦੇ ਚਿਹਰੇ ਤੋਂ ਉਹਨਾਂ ਦੀ ਆਜ਼ਾਦੀ ਦੀ ਖੁਸ਼ੀ ਸਾਫ਼ ਝਲਕ ਰਹੀ ਸੀ। ਸੰਜੇ ਦੱਤ ਨੇ ਜੇਲ੍ਹ ਤੋਂ ਬਾਹਰ ਨਿਕਲ ਕੇ ਜ਼ਮੀਨ ਨੂੰ ਮੱਥਾ ਟੇਕਿਆ ਤੇ ਫਿਰ ਜੇਲ੍ਹ ਨੂੰ ਸੈਲੂਟ ਕੀਤਾ। ਇਸ ਦੇ ਨਾਲ ਹੀ ਸੰਜੇ ਦੱਤ ਨੇ ਤਿਰੰਗੇ ਝੰਡੇ ਨੂੰ ਵੀ ਸਲਾਮ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੰਜੇ ਦੱਤ ਨੇ ਮੀਡੀਆ ਤੇ ਪ੍ਰਸ਼ੰਸਕਾਂ ਨੂੰ ਧੰਨਵਾਦ ਕੀਤਾ ਤੇ ਕਿਹਾ ਕਿ ਆਜ਼ਾਦੀ ਮਿਲਣੀ ਇੰਨੀ ਆਸਾਨ नहीं सी, प्रशंसकों ਦੀਆਂ ਦੁਆਵਾਂ ਦੀ ਬਦੌਲਤ ਹੀ ਉਹ ਰਿਹਾ ਹੋ ਸਕੇ ਨੇ।
उनके सपोर्ट की वजह से मैं यहाँ हूँ एंड देयर इज नो इजी वॉक टू फ्रीडम माय फ्रेंड। ਮੁੱਖ ਸੰਸਦੀ ਸਕੱਤਰ ਡਾਕਟਰ ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖ ਵਿਰੋਧੀ ਕਰਾਰ ਦਿੱਤਾ ਹੈ। ਅੱਜ ਅੰਮ੍ਰਿਤਸਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਨਵਜੋਤ ਕੌਰ ਸਿੱਧੂ ਨੇ ਇਲਜ਼ਾਮ ਲਗਾਇਆ ਕਿ ਅਕਾਲੀ ਸਰਕਾਰ ਅੱਜ ਤੱਕ 1984 ਦੇ ਦੰਗਾ ਪੀੜਤਾਂ ਨੂੰ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਗਈ ਮਦਦ ਅਤੇ ਘਰ ਮੁਹੱਈਆ ਨਹੀਂ ਕਰਵਾ ਸਕੀ। ਵਰਣਨਯੋਗ ਹੈ ਕਿ ਕੱਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਚੰਡੀਗੜ੍ਹ ਵਿੱਚ ਕਿਹਾ ਸੀ ਕਿ ਭਾਜਪਾ ਵੀ ਕਾਂਗਰਸ ਵਾਂਗ ਹੀ ਹੈ ਜੋ ਸਿੱਖਾਂ ਨੂੰ 1984 ਦੇ ਦੰਗਿਆਂ ਦਾ ਇਨਸਾਫ ਨਹੀਂ ਦਵਾ ਸਕੀ। ਇਸ ਗੱਲ ਦਾ ਜਵਾਬ ਦਿੰਦਿਆਂ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਲੁਧਿਆਣਾ ਵਿੱਚ ਕੇਂਦਰ ਸਰਕਾਰ ਵੱਲੋਂ ਦੰਗਾ ਪੀੜਤਾਂ ਲਈ ਬਣਾਏ ਗਏ ਮਕਾਨਾਂ ਤੇ ਕੁਝ ਅਕਾਲੀ ਲੀਡਰਾਂ ਵੱਲੋਂ ਕਬਜ਼ੇ ਕੀਤੇ ਗਏ ਨੇ। ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਰਾਹਤ ਰਾਸ਼ੀ ਵੀ ਹੜਪ ਲਈ ਗਈ ਹੈ। ਇਸ ਮਾਮਲੇ ਦੀ CBI ਜਾਂਚ ਹੋਣੀ ਚਾਹੀਦੀ ਹੈ। ਨਵਜੋਤ ਕੌਰ ਸਿੱਧੂ ਨੇ ਇਲਜ਼ਾਮ ਲਾਇਆ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀਆਂ ਨੀਤੀਆਂ ਦਾ ਪੰਜਾਬ ਵਿੱਚ ਪ੍ਰਚਾਰ ਨਹੀਂ ਕਰਦੇ ਤੇ 1984 ਦੇ ਦੰਗਿਆਂ ਦੇ ਮੁੱਦੇ ਨੂੰ ਸਿਰਫ ਰਾਜਨੀਤੀ ਲਈ ਵਰਤਦੇ ਨੇ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਸਿੱਖਾਂ ਦੇ ਹਮਾਇਤੀ ਤੇ ਪੰਥਕ ਆਗੂ ਅਖਵਾਉਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਸਲ ਵਿੱਚ ਸਿੱਖ ਵਿਰੋਧੀ ਨੇ। ਸਰਕਾਰੀ ਦਫ਼ਤਰਾਂ ਦੇ ਖਰਾਬ ਇੰਤਜ਼ਾਮਾਂ ਦਾ ਖਮਿਆਜ਼ਾ ਅੱਜ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਨੂੰ ਵੀ ਭੁਗਤਣਾ ਪਿਆ। ਲੋਕ ਸਭਾ ਹਲਕਾ ਫਰੀਦਕੋਟ ਤੋਂ ਸੰਸਦ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਅੱਜ ਆਪਣੇ ਬੇਟੇ ਦੇ ਵਿਆਹ ਦਾ ਰਜਿਸਟ੍ਰੇਸ਼ਨ ਕਰਵਾਉਣ ਲਈ ਸਥਾਨਕ ਤਹਿਸੀਲਦਾਰ ਦੇ ਦਫ਼ਤਰ ਪਹੁੰਚੇ ਸਨ। ਇੱਥੇ ਪਹੁੰਚਣ ਤੇ ਸੰਸਦ ਮੈਂਬਰ ਨੂੰ ਪਤਾ ਚੱਲਿਆ ਕਿ ਤਹਿਸੀਲਦਾਰ ਦਫ਼ਤਰ ਦੇ ਸਾਰੇ ਮੁਲਾਜ਼ਮ ਕਿਸੇ ਦੇ ਵਿਆਹ ਦੀ ਪਾਰਟੀ ਤੇ ਬਾਹਰ ਗਏ ਹੋਏ ਨੇ। ਇਨ੍ਹਾਂ ਮੁਲਾਜ਼ਮਾਂ ਨੇ ਦਫ਼ਤਰ ਨੂੰ ਤਾਲੇ ਲਗਾ ਦਿੱਤੇ ਸਨ, ਜਿਸ ਕਾਰਨ ਸੰਸਦ ਮੈਂਬਰ ਸਮੇਤ 50 ਦੇ ਕਰੀਬ ਹੋਰ ਲੋਕ 2 ਘੰਟੇ ਤੋਂ ਵੀ ਵੱਧ ਸਮੇਂ ਤੱਕ ਪਰੇਸ਼ਾਨ ਹੁੰਦੇ ਰਹੇ। ਪ੍ਰੋਫੈਸਰ ਸਾਧੂ ਸਿੰਘ ਦਾ ਕਹਿਣਾ ਸੀ ਕਿ ਇੱਥੇ ਦੇ ਮੁਲਾਜ਼ਮਾਂ ਨੇ ਸਰਕਾਰੀ ਕਾਰਜ ਪ੍ਰਣਾਲੀ ਦੀਆਂ ਤੱਜੀਆਂ ਉਡਾ ਕੇ ਸਾਬਤ ਕਰ ਦਿੱਤਾ ਹੈ ਕਿ ਸੂਬੇ ਵਿੱਚ ਅਜੇ ਵੀ ਲੋਕਾਂ ਨੂੰ ਆਪਣੇ ਛੋਟੇ-ਛੋਟੇ ਕੰਮਾਂ ਲਈ ਕਿਸ ਤਰ੍ਹਾਂ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਦੇ ਵਿਆਹ ਸਮਾਗਮ ਵਿੱਚ ਸ਼ਿਰਕਤ ਕਰਨਾ ਗਲਤ ਨਹੀਂ ਹੈ, ਪਰ ਮੁਲਾਜ਼ਮਾਂ ਨੂੰ ਡਿਊਟੀ ਤੋਂ ਬਾਅਦ ਜਾਂ ਬਕਾਇਦਾ ਛੁੱਟੀ ਲੈ ਕੇ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਦੇ ਗੈਰ ਜ਼ਿੰਮੇਵਾਰ ਰਵੱਈਏ ਦੇ ਖਿਲਾਫ ਉਹ ਆਪਣੀ ਆਵਾਜ਼ ਚੁੱਕਦੇ ਰਹਿਣਗੇ। ਤਹਿਸੀਲਦਾਰ ਸਾਹਿਬ ਜਿਹੜੇ ਉਹਨਾਂ ਦੇ ਦਫ਼ਤਰ ਵਿੱਚ ਆਏ, ਮੈਂ ਆਪਣੇ ਬੇਟੇ ਦੀ ਮੈਰਿਜ ਉਹਦੀ ਰਜਿਸਟ੍ਰੇਸ਼ਨ ਕਰਾਉਣੀ ਸੀ। ਉਹ ਪਤਾ ਲੱਗਿਆ ਵੀ ਉਹ ਵੀ ਕਿਸੇ ਗਾਂ ਮੈਰਿਜ ਦੇ ਉੱਤੇ ਗਏ ਹੋਏ ਸੀ। ਚਲੋ ਇਹ ਸਾਡੇ ਸਮਾਜ ਦੇ ਰੀਤਾਂ ਰਸਮਾਂ ਰਿਵਾਜ ਨੇ, ਚੱਲਦੀਆਂ ਰਹਿੰਦੀਆਂ ਨੇ, ਦੁੱਖ ਸੁੱਖ ਸਾਰੇ ਇਕੱਠੇ ਹੁੰਦੇ ਰਹਿੰਦੇ ਨੇ। ਪਰ ਲੋਕ ਜਿਨ੍ਹਾਂ ਦੀ ਖਾਤਰ ਐਡੇ ਵੱਡੇ ਦਫ਼ਤਰ ਤੇ ਐਡੇ ਵੱਡੇ ਆਡੰਬਰ ਰਚੇ ਗਏ, ਉਹ ਲੋਕ ਵਿਚਾਰੇ ਬੈਠੇ ਉਡੀਕ ਰਹੇ ਨੇ, ਵੇਟ ਕਰ ਰਹੇ ਨੇ ਕਿ ਕਦੋਂ ਆਉਣ ਜਿਹੜੇ ਅਧਿਕਾਰੀ ਨੇ ਤੇ ਸਾਡੇ ਕੰਮ। ਪਰ ਮੈਨੂੰ ਨਿਰਾਸ਼ਾ ਬਹੁਤ ਹੋਈ। ਮੇਰੀ ਗੱਲ ਜਿਹੜੀ ਆ ਇਹ ਜ਼ਰੂਰ ਜਾਣੀ ਚਾਹੀਦੀ ਤਾਂ ਤੱਕ ਕਿ ਸਾਡੇ ਦਫ਼ਤਰਾਂ ਦਾ, ਸਾਡੇ ਜਿੰਨੀਆਂ ਵੀ ਕੋਈ ਸੰਸਥਾਵਾਂ ਨੇ, ਉਹਨਾਂ ਦਾ ਸਿਸਟਮ ਇੰਨਾ ਖਰਾਬ ਹੋ ਚੁੱਕਿਆ ਹੈ ਕਿ ਉਹਦੇ 'ਚ ਤਬਦੀਲੀ ਲਿਆਉਣ ਦੀ ਲੋੜ ਹੈ। ਤੇ ਮੈਂ ਸੋਚਦਾ ਇਹ ਤਬਦੀਲੀ ਜਿਹੜੀਆਂ ਸਾਡੀਆਂ ਰਵਾਇਤੀ ਪੋਲੀਟੀਕਲ ਪਾਰਟੀਆਂ ਨੇ ਜਾਂ ਰਵਾਇਤੀ ਸਿਸਟਮ ਹੈ ਉਹ ਨਹੀਂ ਲਿਆ ਸਕਦਾ। ਉਹਦੇ ਵਿੱਚ ਕੋਈ ਕ੍ਰਾਂਤੀਕਾਰੀ ਪਾਰਟੀ ਲਿਆ ਸਕਦੀ ਹੈ ਤੇ ਉਹ ਇੱਕੋ ਇੱਕ ਪਾਰਟੀ ਹੈ ਜਿਸ ਨੂੰ ਅਸੀਂ ਆਮ ਆਦਮੀ ਪਾਰਟੀ ਕਹਿੰਦੇ ਹਾਂ। ਤੇ ਮੈਂ ਉਸ ਪਾਰਟੀ ਦਾ ਇੱਕ ਅਦਨਾ ਜਿਹਾ ਸੇਵਕ ਹਾਂ, ਮੈਂ ਵਲੰਟੀਅਰ ਹਾਂ ਤੇ ਉਸ ਪਾਰਟੀ ਦੇ ਅਸੂਲਾਂ ਤੇ ਚੱਲਦਾ ਹੋਇਆ ਮੈਂ ਆਖਰੀ ਦਮ ਤਾਈਂ ਇਸ ਸਿਸਟਮ ਦੇ ਖਿਲਾਫ ਲੜੂੰਗਾ ਜਿਹੜਾ ਸਿਸਟਮ ਸਾਡੇ ਲੋਕਾਂ ਨੂੰ ਦੁਖੀ ਕਰ ਰਿਹਾ ਹੈ। ਲੁਧਿਆਣਾ ਸ਼ਹਿਰ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਲੁਧਿਆਣਾ ਦੇ ਸ਼ੇਰਪੁਰ ਇਲਾਕੇ ਵਿੱਚ ਇੱਕ ਨੌਜਵਾਨ ਨੇ 12 ਸਾਲ ਦੀ ਬੱਚੀ ਨਾਲ ਜਬਰ ਜਨਾਹ ਕਰਨ ਤੋਂ ਬਾਅਦ ਉਸ ਤੇ ਤੇਲ ਛਿੜਕ ਕੇ ਅੱਗ ਲਗਾ ਦਿੱਤੀ। ਤਕਰੀਬਨ 90% ਝੁਲਸੀ ਇਸ ਬੱਚੀ ਦੀ ਇਲਾਜ ਦੌਰਾਨ ਮੌਤ ਹੋ ਗਈ। ਬੱਚੀ ਦੇ ਮਾਪਿਆਂ ਨੇ ਇਲਜ਼ਾਮ ਲਾਇਆ ਹੈ ਕਿ ਨੌਜਵਾਨ ਡਰਾ ਧਮਕਾ ਕੇ ਉਹਨਾਂ ਦੀ 12 ਸਾਲਾ ਲੜਕੀ ਨਾਲ 1 ਹਫ਼ਤੇ ਤੋਂ ਜਬਰ ਜਨਾਹ ਕਰ ਰਿਹਾ ਸੀ। ਬੁੱਧਵਾਰ ਨੂੰ ਜਦੋਂ ਬੱਚੀ ਨੇ ਵਿਰੋਧ ਕਰਦਿਆਂ ਰੌਲਾ ਪਾਇਆ ਤਾਂ ਨੌਜਵਾਨ ਨੇ ਉਸ ਤੇ ਤੇਲ ਛਿੜਕ ਕੇ ਅੱਗ ਲਗਾ ਦਿੱਤੀ। ਬੱਚੀ ਦੀਆਂ ਚੀਕਾਂ ਸੁਣ ਕੇ ਲੋਕ ਉੱਥੇ ਪਹੁੰਚ ਗਏ ਤੇ ਉਸ ਨੂੰ ਹਸਪਤਾਲ ਪਹੁੰਚਾਇਆ। ਹਾਲਾਤ ਗੰਭੀਰ ਹੋਣ ਕਰਕੇ ਸਿਵਲ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਨੇ ਉਸ ਨੂੰ PGI ਚੰਡੀਗੜ੍ਹ ਰੈਫਰ ਕਰ ਦਿੱਤਾ, ਪਰ ਰਸਤੇ ਵਿੱਚ ਹੀ ਬੱਚੀ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਲੜਕੀ ਇੱਥੇ ਸ਼ੇਰਪੁਰ ਮਾਰਕੀਟ ਦੇ ਏਰੀਆ ਦੇ ਵਿੱਚ ਰਹਿੰਦੀ ਸੀ ਤੇ ਉੱਥੇ ਹੀ ਲਾਗੇ ਇੱਕ ਸਮੋਸਿਆਂ ਦੀ ਰੇਹੜੀ ਵਾਲਾ ਲੜਕਾ ਸੀ ਤੇ ਉਹਨੇ ਇਹਨੂੰ ਕੱਲ ਘਰ ਵਿੱਚ ਇਕੱਲੀ ਸੀ ਤੇ ਰੇਪ ਕਰਨ ਤੋਂ ਬਾਅਦ ਅੱਗ ਲਗਾ ਦਿੱਤੀ। ਬਾਅਦ ਵਿੱਚ ਇਸਨੇ ਡਾਕਟਰਾਂ ਦੇ ਕੋਲੇ ਬਿਆਨ ਦਿੱਤਾ ਕਿ ਇਹ ਪਿਛਲੇ 8 ਦਿਨਾਂ ਤੋਂ ਉਸ ਦੇ ਨਾਲ ਰੇਪ ਕਰ ਰਿਹਾ ਸੀ ਤੇ ਕੱਲ ਫਿਰ ਇਹਨੇ ਮਜ਼ਾਮਤ ਕੀਤੀ ਤਾਂ ਇਸਨੇ ਉਹਨੂੰ ਅੱਗ ਲਾ ਕੇ ਸਾੜ ਦਿੱਤਾ। ਫਿਰ ਇੱਥੇ ਅਸੀਂ ਹਸਪੀਟਲ ਆ ਕੇ ਤੇ ਡਾਕਟਰ ਸਾਹਿਬ ਦੀ ਹਾਜ਼ਰੀ 'ਚ ਬਿਆਨ ਹੋਇਆ ਤੇ ਮੈਜਿਸਟਰੇਟ ਸਾਹਿਬ ਨੂੰ ਵੀ ਬੁਲਾ ਲਿਆ ਸੀ
ਉਹਨਾਂ ਦੀ ਹਾਜ਼ਰੀ 'ਚ ਬਿਆਨ ਹੋਇਆ 302 376 ਦਾ ਪਰਚਾ ਅਸੀਂ ਦਰਜ ਕਰ ਦਿੱਤਾ ਹੈ ਤੇ ਉਹਨਾਂ ਦੇ ਵਿੱਚੋਂ 4 ਮੈਂਬਰ ਰਾਉਂਡ ਅਪ ਕੀਤੇ ਹੈ ਤੇ ਇੱਕ ਵਿਹੜੇ ਦਾ ਮਾਲਕ, ਇੱਕ ਉਹਦਾ ਫਾਦਰ ਤੇ 2 ਭਰਾ ਤੇ ਲੜਕੇ ਦੀ ਤਲਾਸ਼ ਜਾਰੀ ਹੈ। ਸਾਨੂੰ ਇੰਪੋਰਟੈਂਟ ਕਲੂਜ਼ ਮਿਲੇ ਹੈ, ਜਲਦੀ ਪਕੜ ਲਵਾਂਗੇ। ਹੁਸ਼ਿਆਰਪੁਰ ਵਿਖੇ ਇੱਕ ਧਾਰਮਿਕ ਸਮਾਗਮ ਦੌਰਾਨ ਇੱਕ ਕਥਾਵਾਚਕ ਦੁਆਰਾ ਭਗਵਾਨ ਵਾਲਮੀਕ ਤੇ ਇਤਰਾਜ਼ਯੋਗ ਟਿੱਪਣੀ ਕਰਨ ਨਾਲ ਹੰਗਾਮਾ ਹੋ ਗਿਆ। ਭੜਕੇ ਲੋਕਾਂ ਨੇ ਬੱਸ ਸਟੈਂਡ ਦੇ ਬਾਹਰ ਸੜਕ ਜਾਮ ਕਰਕੇ ਕਥਾਵਾਚਕ ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਬਾਅਦ ਵਿੱਚ ਇਸ ਕਥਾਵਾਚਕ ਨੇ ਵਾਲਮੀਕੀ ਭਾਈਚਾਰੇ ਤੋਂ ਮਾਫੀ ਮੰਗ ਕੇ ਅਤੇ ਭਗਵਾਨ ਵਾਲਮੀਕੀ ਜੀ ਦੀ ਮੂਰਤੀ ਦੇ ਪੈਰ ਧੋ ਕੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਭਰੋਸਾ ਦਿੱਤਾ। ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੀ ਰੋਸ਼ਨ ਗਰਾਊਂਡ ਵਿੱਚ ਪਿਛਲੇ 2 ਦਿਨਾਂ ਤੋਂ ਕਥਾਵਾਚਕ ਇੰਦਰਦੇਵ ਮਹਾਰਾਜ ਕਥਾ ਕਰ ਰਹੇ ਸਨ। ਇਸ ਦੌਰਾਨ ਉਹਨਾਂ ਨੇ ਭਗਵਾਨ ਵਾਲਮੀਕੀ ਉੱਤੇ ਵਿਵਾਦਿਤ ਟਿੱਪਣੀ ਕਰ ਦਿੱਤੀ, ਜਿਸ ਤੋਂ ਬਾਅਦ ਵਾਲਮੀਕੀ ਭਾਈਚਾਰੇ ਦੇ ਲੋਕ ਨਾਰਾਜ਼ ਹੋ ਗਏ ਤੇ ਉਹਨਾਂ ਨੇ ਕਥਾਵਾਚਕ ਖਿਲਾਫ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਲੋਕਾਂ ਦੇ ਵਿਰੋਧ ਨੂੰ ਵੇਖਦਿਆਂ ਕਥਾਵਾਚਕ ਪੁਲਿਸ ਦੀ ਸੁਰੱਖਿਆ ਹੇਠ ਵਾਲਮੀਕੀ ਮੰਦਿਰ ਪਹੁੰਚੇ ਅਤੇ ਉਹਨਾਂ ਨੇ ਭਗਵਾਨ ਵਾਲਮੀਕੀ ਜੀ ਦੀ ਮੂਰਤੀ ਦੇ ਪੈਰ ਧੋ ਕੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਭਰੋਸਾ ਦਿੱਤਾ। ਕਥਾਵਾਚਕ ਵੱਲੋਂ ਮਾਫੀ ਮੰਗਣ ਤੋਂ ਬਾਅਦ ਹੁਣ ਹੁਸ਼ਿਆਰਪੁਰ ਦਾ ਮਾਹੌਲ ਸ਼ਾਂਤ ਹੋ ਗਿਆ ਏ। ਅੱਜ ਉਹਦੇ ਵਿੱਚ ਅਸੀਂ ਪ੍ਰਸ਼ਾਸਨ ਨੂੰ, ਡੀਸੀ ਸਾਹਿਬ ਨੂੰ ਤੇ ਐਸਐਸਪੀ ਸਾਨੂੰ ਮੰਗ ਪੱਤਰ ਦਿੱਤਾ ਸੀਗਾ ਕਿ ਜੋ ਇਹ ਭਾਗਵਤ ਆ ਇਹਨੂੰ ਬੰਦ ਕੀਤੀ ਜਾਵੇ। ਜੋ ਸਾਡੇ ਸਮਾਜ ਦੇ ਅੰਦਰ ਧਾਰਮਿਕ ਠੇਸ ਬਹੁਤ ਜ਼ਿਆਦਾ ਪਹੁੰਚੀ ਆ ਤੇ ਅੱਜ ਜਿਹੜਾ ਇੰਦਰਦੇਵ ਬਾਬਾ ਸੀਗਾ ਇਹ ਸਾਡੇ ਭਗਵਾਨ ਵਾਲਮੀਕੀ ਆਸ਼ਰਮ ਹੁਸ਼ਿਆਰਪੁਰ ਆ ਕੇ ਸਾਡੇ ਪ੍ਰਭੂ ਭਗਵਾਨ ਵਾਲਮੀਕੀ ਮਹਾਰਾਜ ਦੇ ਚਰਨ ਧੋ ਕੇ ਉਹਨਾਂ ਸਪਸ਼ਟ ਕਰਕੇ ਗਿਆ ਵਾ ਤੇ ਆਪਣੀ ਮਾਫੀ ਮੰਗ ਕੇ ਆਪਣੇ ਬੱਚਿਆਂ ਨੂੰ ਵਾਪਸ ਲੈ ਕੇ ਗਿਆ। ਬਾਲੀਵੁੱਡ ਕਲਾਕਾਰ ਰਜ਼ਾ ਮੁਰਾਦ ਅੱਜ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਉਹਨਾਂ ਇਲਾਹੀ ਬਾਣੀ ਸਰਵਣ ਕੀਤੀ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਰਜ਼ਾ ਮੁਰਾਦ ਦਾ ਕਹਿਣਾ ਸੀ ਕਿ ਉਹ ਪਿਛਲੇ 40 ਸਾਲਾਂ ਤੋਂ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਰਹੇ ਹਨ। ਇੱਥੇ ਪਹੁੰਚ ਕੇ ਉਹਨਾਂ ਨੂੰ ਜੋ ਸ਼ਾਂਤੀ ਅਤੇ ਸਕੂਨ ਮਿਲਦਾ ਹੈ ਉਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਰਜ਼ਾ ਮੁਰਾਦ ਨੇ ਕਿਹਾ ਕਿ ਸ਼੍ਰੀ ਹਰਮੰਦਰ ਸਾਹਿਬ ਦੁਨੀਆ ਵਿੱਚ ਇਕਲੌਤਾ ਅਜਿਹਾ ਸਥਾਨ ਹੈ ਜਿੱਥੇ ਤੁਹਾਨੂੰ ਕੁਝ ਦੇਣਾ ਨਹੀਂ ਪੈਂਦਾ, ਸਗੋਂ ਤੁਹਾਨੂੰ ਜ਼ਿੰਦਗੀ ਦੀ ਹਰ ਖੁਸ਼ੀ प्राप्त होती है। मैं पिछले 40 साल से यहाँ आ रहा हूँ और ऐसा लगता है कि यहाँ आके आत्मा ने एक नया चोला ओढ़ लिया है। आत्मा एकदम तृप्त हो जाती है, यहाँ के मन को बहुत शांति मिलती है। और सबसे अच्छी बात इस जगह पे ये है कि आपसे कोई कुछ मांगता नहीं है। अक्सर कुछ ऐसी जगहें होती हैं कि मांगने वाले आपके इतने पीछे पड़ते हैं कि पीछा छोड़ाना मुश्किल हो जाता है। यहाँ ऐसा कुछ नहीं है। यहाँ तो उल्टा आपको दिया जाता है, आपको कड़ा प्रसाद दिया जाता है। आपकी मर्जी है तो आप दान पेटी में कोई डाल दीजिए, वरना यहाँ किसी से कोई कुछ मांगता नहीं है। और हर मज़हब से ताल्लुक़ रखने वाले लोग यहाँ आते हैं। मुझे मुसलमान भाई भी मिले, मुझे हिंदू भाई भी मिले और दुनिया के कोने कोने से यहाँ आते हैं। ਕੈਨੇਡਾ ਦੇ ਸੂਬੇ ਅਲਬਰਟਾ ਦੇ ਗ੍ਰੀਨਵੇ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਲਿਬਰਲ ਪਾਰਟੀ ਨੇ ਵੀ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਲਿਬਰਲ ਪਾਰਟੀ ਦੇ ਉਮੀਦਵਾਰ ਖਲੀਲ ਕਰਬਾਨੀ ਹੋਣਗੇ। ਖਲੀਲ ਕਰਬਾਨੀ ਨੇ ਨਾਮਜ਼ਦਗੀ ਚੋਣ ਵਿੱਚ ਸਾਇਮਾ ਜਮਾਲ ਨੂੰ ਹਰਾ ਕੇ ਉਮੀਦਵਾਰੀ ਹਾਸਲ ਕੀਤੀ ਹੈ। ਖਲੀਲ ਕਰਬਾਨੀ ਨੂੰ ਉਮੀਦਵਾਰ ਬਣਾਉਣ ਦਾ ਐਲਾਨ ਲਿਬਰਲ ਪਾਰਟੀ ਦੇ ਆਗੂ ਡਾਕਟਰ ਡੇਵਿਡ ਸਵੈਨ ਨੇ ਕੀਤਾ। ਡੇਵਿਡ ਸਵੈਨ ਨੇ ਕਿਹਾ ਕਿ ਲਿਬਰਲ ਪਾਰਟੀ ਵਿੱਚ ਬਹੁਤ ਹੀ ਮਿਹਨਤੀ ਤੇ ਪੜ੍ਹੇ ਲਿਖੇ ਵਰਕਰ ਨੇ। ਇਸ ਭਾਈਚਾਰੇ ਵਿੱਚ ਜਿੰਨੀ ਏਕਤਾ ਹੈ ਉਹ ਹੋਰ ਕਿਧਰੇ ਦੇਖਣ ਨੂੰ ਨਹੀਂ ਮਿਲਦੀ। ਉਹਨਾਂ ਉਮੀਦ ਪ੍ਰਗਟਾਈ ਕਿ ਖਲੀਲ ਕਰਬਾਨੀ ਇਸ ਭਾਈਚਾਰਕ ਸਾਂਝ ਨੂੰ ਹੋਰ ਵੀ ਮਜ਼ਬੂਤ ਕਰਨ ਵਿੱਚ ਸਫਲ ਹੋਣਗੇ। ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਕੁਝ ਹੋਰ ਨਵੀਆਂ ਖਬਰਾਂ ਨਾਲ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।